ਪਹੁੰਚੇ ਹਾਂ ਇੱਕ ਬੇਵਾ ਦੇ ਘਰ ਜਿਹਦੇ ਮਤਲਬ ਕੋਈ ਸਹਾਰਾ ਨਹੀਂ। ਹਸਬੈਂਡ ਦੀ ਡੈਥ ਹੋ ਗਈ, ਉਸ ਤੋਂ ਬਾਅਦ ਛੋਟੇ ਛੋਟੇ ਬੱਚੇ ਆ ਔਰ ਬੱਚਿਆਂ ਦਾ ਸਹਾਰਾ ਸਿਰਫ ਮਾਂ ਹੀ ਹੈ। ਔਰ ਮਾਂ ਕੋਲ ਅਸੀਂ ਪਹੁੰਚੇ ਹਾਂ, ਮਾਂ ਨਾਲ ਅਸੀਂ ਪਹੁੰਚ ਕੇ ਗੱਲਬਾਤ ਕਰਦੇ ਹਾਂ। अस्सलाम वालेकुम भाजी। वालेकुम अस्सलाम। अच्छा भाजी, ज़रा ये दसो कि अपने किन्ने बच्चे आ? भाई मेरे दो बेटे आ, एक अच्छा, बेटी आ। ठीक है। बच्चे किन्ने किन्नी उम्र दे? बेटी मेरी माशा 17 साल दी आ, बच्चा अच्छा, मेरा 15 साल दा वा ठीक है, 15 साल। ते ते सब तो छोटा बेटा मेरा 10 साल दा वा। अच्छा, बच्चे स्कूल जाते? ऐ कि जांदा स्कूल, बेटी पढ़दी है मेरी। अच्छा अच्छा। ते किन्ना मतलब किस तरह चलदा निज़ाम? बच्चे भी स्कूल जाते, मतलब किस तरह गुजारा घर दा किस तरह हो जाता? भाई ਜਿਹੜੇ ਸਕੂਲ ਵਾਲੇ ਪ੍ਰਾਈਵੇਟ ਵਾਲਾ ਸਕੂਲ ਹੈ ਨਾ ਸਰ ਜੀ ਸੀਗੇ, ਉਹ ਹੂੰ। ਪਹਿਲਾਂ ਫੀਸ ਲੈਂਦੇ ਸੀ ਮੇਰੇ ਕੋਲ। अच्छा, ਜਿਸ ਦਿਨ ਇਹਨਾਂ ਦੇ ਬਾਬਾ ਦੀ ਡੈਥ ਹੋ ਗਈ, ਉਹਨਾਂ ਨੇ ਕਿਹਾ ਕਿ ਬਾਜੀ ਅਸੀਂ ਤਾਂ ਕੋਈ ਫੀਸ ਨਹੀਂ ਲੈ ਸਕਦੇ, ठीक ਕਿ है। ਤੁਸੀਂ ਹੱਕਦਾਰ ਨਹੀਂ ਹੈ ਫੀਸ ਦੇਣ ਦੇ। हम्म। ਤੇ ਬੇਟੀ ਮੇਰੀ ਪ੍ਰਾਈਵੇਟ ਪੜ੍ਹਦੀ ਆ ਘਰ ਬੈਠ ਕੇ, हम्म। ਜਿਹੜਾ ਓਪਨ ਦੇ ਥਰੂ ਪੜ੍ਹਦੇ ਆ। अच्छा, ਮੇਰੀ ਬੱਚੀ ਇਹ ਪੜ੍ਹਦੀ ਆ ठीक है। ਤੇ ਉਹ ਫਿਰ ਘਰ ਬੈਠ ਕੇ ਕਿਤਾਬਾਂ ਵਗੈਰਾ ਫੀਸ ਜਮ੍ਹਾਂ ਕਰਾ ਦਿੱਤੀ ਹੈ 6 ਮਾਹ ਦੀ, ਤੇ ਉਹ ਫਿਰ ਬੱਚੀ ਘਰ ਬੈਠ ਕੇ ਪੜ੍ਹਦੀ ਹੈ। ਠੀਕ ਹੈ। ਤੇ ਮਤਲਬ ਹਸਬੰਡ ਤੁਹਾਡੀ ਕਦੋਂ ਡੈਥ ਹੋਈ ਤੇ ਉਹਨਾਂ ਨੂੰ ਕੀ ਹੋਇਆ ਸੀ? ਕਿਦਾਂ ਡੈਥ ਹੋਈ ਹਸਬੰਡ ਦੀ? ਮੇਰੇ ਹਸਬੰਡ ਤਕਰੀਬਨ 10 ਸਾਲ ਤੋਂ ਬਿਮਾਰ ਸੀਗੇ। ਅੱਛਾ। ਪਹਿਲਾਂ ਹਾਰਟ ਅਟੈਕ ਦਾ ਮਸਲਾ ਸੀ, ਫਿਰ ਹੂੰ। ਹਰਨੀਆਂ ਦਾ ਮਸਲਾ ਹੋ ਗਿਆ, ਹੂੰ। ਤੇ ਫਿਰ ਸਾਂਸ ਦਾ ਮਸਲਾ ਹੋ ਗਿਆ। ਸਾਂਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਸਾਂਸ ਵਾਲੀ ਨਾਲੀ ਵੀ ਤੰਗ ਹੋ ਗਈ ਤੇ ਖਾਣੇ ਵਾਲੀ ਵੀ ਨਾਲੀ ਤੰਗ ਹੋ ਗਈ ਆ, ਅੱਛਾ। ਤੇ ਉਹ ਫੇਫੜਿਆਂ ਤੇ ਬਹੁਤ ਜ਼ਿਆਦਾ ਅਸਰ ਆ। ਹੂੰ। ਤੇ ਮੈਂ ਜਦੋਂ ਵੀ ਮੈਡੀਸਨ ਲੈਣ ਜਾਂਦੀ ਸੀ, ਉਹਨਾਂ ਨੂੰ ਚੈੱਕ ਕਰਾਉਣ ਜਾਂਦੀ ਸੀ, ਹੂੰ। ਤੇ ਉਹ ਡਾਕਟਰ ਇਹੀ 4 ਸਾਲ ਤੋਂ ਕਹਿ ਰਹੇ ਸੀ ਕਿ ਸਾਡੇ ਨਾ ਕਾਗਜ਼ਾਂ 'ਚ ਤੁਹਾਡੇ ਹਸਬੰਡ ਦੀ ਨਾ ਨਹੀਂ ਹੈ ਕੋਈ ਗੱਲਬਾਤ, ਅੱਛਾ। ਮੈਡੀਸਨ ਲੈ ਲਓ, ਲੇਕਿਨ ਜਿੰਨਾ ਚਿਰ ਰੱਬ ਦੇ ਘਰ 'ਚ ਸਾਹ ਲੈਣਗੇ ਸਾਡੇ ਕਾਗਜ਼ਾਂ 'ਚ ਇਹ ਫਰਕ ਆ। ਹੂੰ। ਲੇਕਿਨ ਮੈਂ ਕੋਸ਼ਿਸ਼ ਪੂਰੀ ਕਰ ਰਹੀ ਸੀ ਉਹਨਾਂ ਨੂੰ ਮਿਹਨਤ ਕਰਕੇ ਕਿ ਉਹਨਾਂ ਨੂੰ ਅੱਛੇ ਤੋਂ ਅੱਛਾ ਇਲਾਜ ਕਰਾ ਸਕਾਂ। ਇੱਦਾਂ ਹੀ ਕਹਿ ਲਓ ਕਿ ਬਾਹਰ ਅੰਦਰ ਜਾਂਦੀ ਸੀ ਵਾਕਫੀ ਅਸੀਂ ਬਾਜੀਆਂ ਦੇ ਨਾਲ, ਹੂੰ। ਤੇ ਉਹ ਮੇਰੀ ਹੈਲਪ ਕਰ ਦਿੰਦੇ ਸੀ ਕਿ ਮੈਂ ਜਾ ਕੇ ਤੇ ਹਸਪੀਟਲ ਜਾ ਕੇ ਉਹਨਾਂ ਨੂੰ ਚੈੱਕ ਕਰਾ ਲੈਂਦੀ ਸੀ। ਦਵਾਈਆਂ ਮੈਂ ਆਪਣੇ ਬਲਬੂਤੇ ਤੇ ਲੈਂਦੀ ਸੀ। ਅੱਛਾ। ਸਿਰਫ ਜਿਹੜੇ ਡਾਕਟਰ ਮਹਿੰਗੇ ਬੈਠਦੇ ਸੀ ਨਾ, ਉਹ ਮੇਰੀ ਹੈਲਪ ਕਰ ਦਿੰਦੇ ਸੀ ਕਿ ਫੀਸ ਨਹੀਂ ਸੀ ਮੇਰੇ ਕੋਲ ਲੈਂਦੇ। ਅੱਛਾ ਅੱਛਾ। ਬਾਕੀ ਮੈਡੀਸਿਨ ਵਗੈਰਾ ਉਹਨਾਂ ਦੀ ਮੈਂ ਖੁਦ ਲੈਂਦੀ ਸੀ। ਹੂੰ। ਤੇ ਹੁਣ ਤੁਸੀਂ ਕੀ ਕਰਦੇ? ਮਤਲਬ ਕੁਝ ਕੰਮ ਕਰਦੇ ਜੇ ਕੀ ਕਰਦੇ? ਬਈ ਮੈਂ ਨਾ ਇੱਕ ਘਰ ਦੇ ਵਿੱਚ ਕੋਠੀ 'ਚ ਕੱਪੜੇ ਧੋ ਕੇ ਆਉਂਦੀ ਆ, ਅੱਛਾ। ਤੇ ਇੱਕ ਘਰ ਦੇ ਵਿੱਚ ਉਹਨਾਂ ਦੇ ਬੱਚੇ 3 ਨਾ ਬਾਜੀ ਦੇ, ਹੂੰ। ਉਹਨਾਂ ਦੀ ਹੈਲਪ ਕਰਦੀ ਆ, ਨਾਲ ਕਿਚਨ 'ਚ ਕਰ ਦਿੱਤਾ। ਠੀਕ ਹੈ। ਤੇ ਸਫਾਈਆਂ ਮੇਰੇ ਕੋਲ ਹੁੰਦੀਆਂ ਨਹੀਂ, ਬੱਚਿਆਂ ਨੂੰ ਨਵਾ ਧਵਾ ਦਿੱਤਾ, ਬੱਚਿਆਂ ਦਾ ਇਸ ਤਰ੍ਹਾਂ ਛੋਟਾ ਮੋਟਾ ਕੰਮ ਕਰ ਦਿੱਤਾ। ਠੀਕ ਉਹ ਹੈ। 3 ਤੋਂ 4 ਘੰਟੇ ਉਹਨਾਂ ਨੂੰ ਮੈਂ ਆਪਣੇ ਦਿੰਦੀ ਆ। ਅੱਛਾ, ਮਤਲਬ ਘਰ ਦਾ ਨਿਜ਼ਾਮ ਚੱਲ ਜਾਂਦਾ? ਮਤਲਬ ਕਿੰਨੇ ਨਹੀਂ ਕੁ ਬਾਈ, ਇਨਕਮ ਹੋਏ, ਕਿੰਨੇ ਕੁ ਪੈਸੇ ਆ ਜਾਂਦੇ ਹੋਣੇ? ਮੇਰਾ ਸਿਰਫ ਬਾਈ ਬਾਹਰ ਦਾ ਨਾ ਖਿੱਚ ਧੂ ਕੇ ਨਾ ਮੇਰਾ 15,000 ਰੁਪਇਆ ਮਹੀਨੇ ਦਾ ਆਉਂਦਾ ਘਰ। ਅੱਛਾ। ਉਹ ਵੀ ਮੈਂ ਕਹਿ ਲਓ ਕਿ ਰਾਹ ਜਾਂਦੇ ਵੀ ਕਿਸੇ ਬਾਜੀ ਨੇ ਕਹਿਤਾ ਨਾ ਮੇਰਾ ਕੰਮ ਕਰ ਜਾਓ, ਹੂੰ। ਕਿਸੇ ਨੇ 200 ਦੇਤਾ, ਕਿਸੇ ਨੇ 300 ਦੇਤਾ, ਹੂੰ। ਇਸ ਤਰ੍ਹਾਂ ਕਰਕੇ ਕੋਈ ਦੇ ਦੇਵੇ ਤੇ ਮੇਰਾ 15,000 ਦਾ ਹੋ ਜਾਂਦਾ, ਤੇ ਮੇਰਾ ਹੈਗਾ 10-12,000 ਦਾ ਕੰਮ ਉਸ ਤਰ੍ਹਾਂ। ਅੱਛਾ ਅੱਛਾ। ਤੇ ਘਰ ਦਾ ਨਿਜ਼ਾਮ ਕਿੰਨੇ ਵਿੱਚ ਮਤਲਬ ਚੱਲ ਜਾਂਦਾ? ਕਿੰਨੇ ਕੁ ਮਤਲਬ ਬਈ ਉਸ ਤਰ੍ਹਾਂ ਤੇ ਜੇ ਚਲਾਨ ਤੇ ਆਈ ਤੇ ਬਹੁਤ ਲੱਗਦੇ ਪੈਸੇ। ਅੱਛਾ, ਮਤਲਬ ਬਿਜਲੀ ਦਾ ਬਿੱਲ ਕਿੰਨਾ ਕੁ ਆ ਜਾਂਦਾ? ਬਿਜਲੀ ਦਾ ਬਿੱਲ ਸਾਨੂੰ ਆ ਜਾਂਦਾ ਕੋਈ 3,000। ਅੱਛਾ। ਸਰਫਾ ਕਰਨ ਦੇ ਬਾਵਜੂਦ ਕਿ ਸਾਰਾ ਦਿਨ ਘਰ ਨਹੀਂ ਰਹਿੰਦੇ, ਤੇ ਉਹਦੇ ਬਾਵਜੂਦ ਸਾਨੂੰ 3,000 ਬਿੱਲ ਆ ਜਾਂਦਾ। ਠੀਕ ਹੈ, ਬਿਜਲੀ ਦਾ ਬਿੱਲ 3000 ਹਾਂਜੀ। ਠੀਕ ਹੈ। ਅਸੀਂ ਉਸ ਤੋਂ ਇਲਾਵਾ ਮਤਲਬ ਤੁਹਾਨੂੰ ਕੋਈ ਐਸਾ ਕੋਈ ਕੰਮ ਦੱਸ ਦਿਓ ਜਿਹੜਾ ਅਸੀਂ ਤੁਹਾਡੀ ਮਦਦ ਕਰ ਸਕੀਏ। ਕੋਈ ਕੀ ਕਰ ਸਕਦੇ ਤੁਸੀਂ ਨਾਲ ਮਤਲਬ? ਬਈ ਘਰ ਬੈਠ ਕੇ ਤੇ ਕੋਈ ਇਸ ਤਰ੍ਹਾਂ ਦੀ ਇਸ ਇਲਾਕੇ 'ਚ ਇਦਾਂ ਦੀ ਮਿਹਨਤ ਨਹੀਂ ਹੈ ਜਿਹੜੀ ਅਸੀਂ ਕਰ ਸਕੀਏ। ਅੱਛਾ। ਸਿਲਾਈ ਵਗੈਰਾ ਮੈਨੂੰ ਨਹੀਂ ਆਉਂਦੀ, ਠੀਕ ਹੈ। ਤੇ ਬਾਕੀ ਤੁਸੀਂ ਦੇਖ ਸਕਦੇ ਘਰ ਬੈਠ ਕੇ ਕੀ ਕੰਮ ਕਰ ਸਕਦੀ ਹਾਂ ਮੈਂ। ਚਲੋ ਅੱਲਾਹ ਪਾਕ ਖੈਰ ਕਰੇ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜੁੜੇ ਰਹੀਏ, ਥੋੜੀ ਬਹੁਤੀ ਮਤਲਬ ਤੁਹਾਡੀ ਕੋਈ ਹੈਲਪ ਕਰਦੇ ਰਹੀਏ, ਜਿੰਨਾ ਕੁ ਹੋ ਸਕੇ ਅਸੀਂ ਕੋਸ਼ਿਸ਼ ਕਰਾਂਗੇ। ਤੇ ਬਾਕੀ ਜਿੰਨੇ ਵੀ ਸਾਡੇ ਨਾਲ ਮਿਲਣਗੇ ਅਸੀਂ ਤੁਹਾਡੇ ਜ਼ਰੂਰ ਖਿਦਮਤ ਕਰਾਂਗੇ, ਤਾਂ ਕਿ ਅਸੀਂ ਕੋਈ ਚਾਹੁੰਦੇ ਹਾਂ ਕਿ ਤੁਹਾਡਾ ਕੋਈ ਨਾ ਕੋਈ ਮਤਲਬ ਸਬੱਬ ਬਣ ਜਾਏ। ਕੋਈ ਅਗਰ ਤੁਹਾਨੂੰ ਕੋਈ ਛੋਟੀ ਜਿਹੀ ਦੁਕਾਨ ਪਾ ਕੇ ਦਿੱਤੀ ਜਾਵੇ, ਉਹ ਹੋ ਸਕਦਾ? ਬਈ ਇੱਥੇ ਦੁਕਾਨ ਪਾਤ ਲਈ ਤੇ ਚੱਲਣੀ ਕਿਸ ਤਰ੍ਹਾਂ ਵਾ? ਮਹੱਲਾ ਦੇਖ ਲਓ ਤੁਸੀਂ ਆਪ ਹੀ, ਤੇ ਜ਼ਿੰਮੇਦਾਰੀ ਤੇ ਇੱਥੇ ਕੋਈ ਨਹੀਂ ਹੈ ਜਿਹੜਾ ਮਰਦ ਬਾਹਰੋਂ ਸੌਦੇ ਲਿਆਵੇਗਾ ਤੇ ਕਿਸੇ ਕਿਸ ਦੁਕਾਨਦਾਰ ਚਾਹਾਂਗੇ, ਕਿਉਂ ਮੇਰੇ ਬੱਚੇ ਇਸ ਕਾਬਲ ਨਹੀਂ ਹੈ ਜਿਹੜੇ ਬਾਹਰ ਜਾ ਕੇ ਤੇ ਕੋਈ ਚੀਜ਼ਾਂ ਲੈ ਕੇ ਆਉਣ। ਅੱਛਾ। ਹਜੇ ਤੱਕ ਤੇ ਖੁਦ ਜਾਣਾ ਆਉਣਾ ਪੈਂਦਾ, ਤੇ ਮੈਂ ਮਗਰੋਂ ਪਹਿਲੇ ਪਹਿਲੇ ਘਰ ਆਈ ਇਸ ਲਈ ਆਈ ਹਾਂ ਕਿ ਮੇਰੇ ਬੱਚੇ ਦੇ ਸਕੂਲ ਸੈਂਡਲ ਨੱਸੀ ਹੈ ਉਹ ਲਿਆ ਕੇ ਦਿੱਤੇ ਨੂੰ ਸੌਖੇ ਹੋ ਕੇ। ਮੈਂ ਸਹੀ ਇੱਕ ਆਪੀ ਨੂੰ ਕਿਹਾ ਤੇ ਆਪੀ ਨੇ ਥੋੜੇ ਪੈਸੇ ਦੀ ਹੈਲਪ ਕੀਤੀ ਤੇ ਮੈਂ ਬੱਚੇ ਨੂੰ ਸੈਂਡਲ ਲਿਆ ਕੇ ਦਿੱਤੇ। ਅੱਛਾ ਅੱਛਾ। ਚਲੋ ਅੱਲਾਹ ਪਾਕ ਖੈਰ ਕਰੇ। ਅਸੀਂ ਤੁਹਾਡੀ ਕੁਛ ਹੈਲਪ ਕਰ ਰਹੇ ਹਾਂ, ਤੁਸੀਂ ਕੁਝ ਪੈਸੇ ਰੱਖ ਲਓ, ਠੀਕ ਹੈ? ਜੀ ਤੇ ਅਸੀਂ ਤੁਹਾਡੀ ਕੋਈ ਹੈਲਪ ਕਰਦੇ ਹਾਂ ਇਨਸ਼ਾ ਅੱਲਾਹ ਤਾਲਾ। ਅਸੀਂ ਤੁਹਾਡੇ ਵਾਸਤੇ ਰਾਸ਼ਨ ਵਗੈਰਾ ਵੀ ਲੈ ਕੇ ਆਏ ਹਾਂ, ਸਮਾਨ ਵਗੈਰਾ ਲੈ ਕੇ ਆਏ ਹਾਂ, ਜੀ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਇਨਸ਼ਾ ਅੱਲਾਹ ਤਾਲਾ ਜਿੰਨਾ ਕੁ ਅਸੀਂ ਤੁਹਾਡੇ ਨਾਲ ਚੱਲ ਸਕੀਏ। ਤੇ ਜੀ ਬਾਕੀ ਤੁਸੀਂ ਜਿਹੜੇ ਸਾਡੇ ਜਾਣਨ ਵਾਲੇ ਬਸ ਸਿਰਫ ਦੁਆ ਕਰ ਦਿਓ ਕਿ ਜੀ ਬਸ ਬੇਸ਼ੱਕ ਕਿ ਅੱਲਾਹ ਤਾਲਾ ਉਹਨਾਂ ਨੂੰ ਬਸ ਜਿਹੜਾ ਵੀ ਸਾਡੇ ਨਾਲ ਜੁੜੇ ਉਹਨਾਂ ਵਾਸਤੇ ਅੱਲਾਹ ਤਾਲਾ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਦੇਵੇ ਕੋਈ ਸਾਡੇ ਏਦਾਂ ਮਾੜੇ ਬੰਦੇ ਦੀ ਖਿਦਮਤ ਕਰਦੀ ਰਹੇ। ਬਿਲਕੁਲ ਬਿਲकुल। ਬਸ ਅਸੀਂ ਤੁਹਾਨੂੰ ਰਾਸ਼ਨ ਲਿਆ ਕੇ ਦਿੰਦੇ ਹਾਂ, ਜੀ ਬਾਈ। ਤੇ ਬਾਕੀ ਅੱਲਾਹ ਤਾਲਾ ਬਿਹਤਰ ਕਰੇਗਾ ਸਭ ਵਾਸਤੇ। ਤੇ ਅਸੀਂ ਇਸ ਤਰ੍ਹਾਂ ਹੀ ਜਨਾਬ ਜਿਹੜੇ ਹੱਕਦਾਰ ਲੋਕ ਹੋਣਗੇ ਅਸੀਂ ਉਹਨਾਂ ਦੇ ਘਰ ਤੇ ਜਾਵਾਂਗੇ, ਘਰ ਜਾ ਕੇ ਖੁਦ ਅਸੀਂ ਉਹਨਾਂ ਦੀ ਖਿਦਮਤ ਕਰਾਂਗੇ ਜਿਹੜੇ ਹੱਕਦਾਰ ਹੋਣਗੇ। ਬਾਕੀ ਅੱਲਾਹ ਤਾਲਾ ਸਭ ਵਾਸਤੇ ਬਿਹਤਰ ਕਰੇ, ਔਰ ਕਿਸੇ ਨੂੰ ਇਸ ਤਰ੍ਹਾਂ ਮਜਬੂਰ ਨਾ ਹੋਵੇ ਕੋਈ ਕਿਸੇ ਕੋਲ ਮੰਗੇ ਜਾਂ ਕਿਸੇ ਕੋਲ ਅੱਗੇ ਹੱਥ ਫੈਲਾਉਣ ਦੀ ਕੋਈ ਕੋਸ਼ਿਸ਼ ਕਰੇ।